जीत कौर टीवी यूट्यूब देखਣ ਵਾਲੇ ਸਾਰੇ ਹੀ ਵਿਊਅਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹੋਪ ਕਰਦੀ ਹਾਂ ਕਿ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੋਵੋਗੇ ਔਰ ਤੁਹਾਡੀ ਕਾਮਯਾਬੀ ਦੀ ਔਰ ਤੰਦਰੁਸਤੀ ਦੀ ਮੈਂ ਕਾਮਨਾ ਕਰਦੀ ਹਾਂ, ਬਿਲਕੁਲ ਉੱਦਾਂ ਹੀ ਜਿੱਦਾਂ ਤੁਸੀਂ ਮੇਰੀ ਤੰਦਰੁਸਤੀ ਦੀ ਕਾਮਨਾ ਕਰਦੇ ਹੋ, ਅਰਦਾਸ ਕਰਦੇ ਹੋ। ਔਰ ਮੈਂ ਉਹ ਮੈਸੇਜ ਦਿਨ 'ਚ 2 ਵਾਰ ਦੇਖਦੀ ਹਾਂ ਔਰ ਮੈਨੂੰ ਉਹਦੇ ਨਾਲ ਐਨਰਜੀ ਮਿਲਦੀ ਹੈ। ਪਰਸੋਂ ਤੱਕ ਦੀ ਹੀ ਗੱਲ ਹੈ ਕਿ ਮੈਂ ਬਹੁਤ ਹੀ ਨਰਵਸ, ਬਹੁਤ ਹੀ ਵੀਕ ਫੀਲ ਕਰ ਰਹੀ ਸੀ, ਇੱਕਦਮ ਡਿਪਰੈਸਡ ਫੀਲ ਕਰ ਰਹੀ ਸੀ। ਤਾਂ ਮੈਂ ਇੱਕ ਵੀਡੀਓ ਬਣਾ ਕੇ ਛੋਟੀ ਜਿਹੀ ਪੋਸਟ ਕੀਤੀ ਕਿਉਂਕਿ ਮੇਰੀ ਸ਼ਕਲ ਇੰਨੀ ਵਿਗੜ ਚੁੱਕੀ ਸੀਗੀ ਕਿ ਨੈਗੇਟਿਵ ਫੀਲਿੰਗ ਹੋ ਰਹੀ ਸੀਗੀ। ਤਾਂ ਮੈਨੂੰ ਇੱਦਾਂ ਲੱਗਿਆ ਕਿਉਂਕਿ ਕੁਛ ਲੋਕ ਫੇਸ ਪੇਜ 'ਤੇ ਮੈਸੇਜ ਕਰਦੇ ਸੀਗੇ, ਤਾਂ ਮੈਂ ਇੱਕ ਵੀਡੀਓ ਰਿਕਾਰਡ ਕਰਕੇ ਰਾਤੀ ਪੋਸਟ ਕਰਤੀ। ਐਂਡ ਜਦੋਂ ਸਵੇਰੇ ਮੈਂ ਹੀ ਉਹ ਵੀਡੀਓ ਦੇਖੀ ਤਾਂ ਮੈਂ ਕਿਹਾ ਕਿ ਨਹੀਂ, ਇਹ ਤਾਂ ਬਹੁਤ ਨੈਗੇਟਿਵ ਮੈਸੇਜ ਹੈ ਮੇਰੇ ਵਿਊਅਰਸ ਲਈ। ਕੁਛ ਲੋਕ ਮੈਨੂੰ ਐਜ਼ ਇੰਸਪੀਰੇਸ਼ਨ ਸਮਝਦੇ ਨੇ, ਕੁਛ ਲੋਕ ਮੈਨੂੰ ਆਪਣੀ ਸਟਰੈਂਥ ਸਮਝਦੇ ਨੇ, ਤਾਂ ਉਹਨਾਂ ਲਈ ਤਾਂ ਇਹ ਬਹੁਤ ਹੀ ਵੀਕ ਵੀਡੀਓ ਬਣ ਗਈ। ਤਾਂ ਪਰ ਮੈਂ ਉਹਨੂੰ ਡਿਲੀਟ ਨਹੀਂ ਕਰਨਾ ਚਾਹੁੰਦੀ ਸੀਗੀ ਕਿਉਂਕਿ ਜ਼ਿੰਦਗੀ ਦਾ ਇੱਕ ਉਹ ਫੈਕਟ ਹੈ, ਉਹ ਐਕਸਪੀਰੀਅੰਸ ਹੈ ਜੋ ਮੈਂ ਇਕੱਲੀ ਨੇ ਐਕਸਪੀਰੀਅੰਸ ਕੀਤਾ। ਔਰ ਉਹੀ ਐਕਸਪੀਰੀਅੰਸ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕਰਕੇ ਆਪਣੇ ਦਿਮਾਗ 'ਚੋਂ ਵੀ ਉਸ ਚੀਜ਼ ਨੂੰ ਡਿਲੀਟ ਕਰ ਦੇਣਾ ਚਾਹੁੰਦੀ ਹਾਂ ਕਿ ਜ਼ਿੰਦਗੀ 'ਚ ਕਦੇ ਵੀ ਕੋਈ ਵੀ ਮੁਸੀਬਤ ਕਿਸੇ ਵੀ ਟਾਈਮ ਆ ਸਕਦੀ ਹੈ। ਇੱਕ ਛੋਟਾ ਜਿਹਾ ਸੁਭਾਅ ਹੈ ਮੇਰਾ ਬਚਪਨ ਵਾਲਾ ਕਿ ਮੈਂ ਚੀਜ਼ਾਂ ਨੂੰ ਜ਼ਿਆਦਾ ਸੀਰੀਅਸ ਨਹੀਂ ਲੈਂਦੀ, ਬਹੁਤ ਹੀ ਲਾਈਟ ਲੈਂਦੀ ਹਾਂ। ਸ਼ਾਇਦ ਇਸੇ ਕਰਕੇ ਜ਼ਿੰਦਗੀ ਦੀ ਉਹ ਸੱਚਾਈ ਉਮਰ ਦੇ ਹਿਸਾਬ ਨਾਲ ਮੈਂ ਨਹੀਂ ਸਮਝ ਸਕੀ ਔਰ ਮੈਂ ਨਹੀਂ ਸਮਝਣਾ ਚਾਹੁੰਦੀ। ਮੈਂ ਬਚਪਨੇ ਦੇ ਤਰ੍ਹਾਂ ਹੀ ਆਪਣੀ ਜ਼ਿੰਦਗੀ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੀ ਹਾਂ, ਪਰ ਮੈਚੋਰਿਟੀ ਤਾਂ ਅੰਦਰ ਹੁੰਦੀ ਹੀ ਹੈ। ਤਾਂ ਇੱਕ ਚੀਜ਼ ਮੈਂ ਤੁਹਾਡੇ ਨਾਲ ਅੱਜ ਜ਼ਰੂਰ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਜੋ ਪਿੱਛੇ ਵਾਲੇ 42 ਡੇਜ਼ ਸੀਗੇ ਮੇਰੀ ਲਾਈਫ ਦੇ, ਉਹ ਮੇਰੀ ਲਾਈਫ ਦੇ ਹੁਣ ਤੱਕ ਦੇ ਸਭ ਤੋਂ ਕੰਪਲਿਕੇਟਿਡ ਡੇਜ਼ ਸੀਗੇ, ਜੋ ਮੈਂ ਸੋਚ ਕੇ ਵੀ ਡਰ ਜਾਂਦੀ ਸੀਗੀ ਕਿ ਮੈਂ ਜ਼ਿੰਦਾ ਰਹਾਂਗੀ ਕਿ ਨਹੀਂ ਰਹਾਂਗੀ। ਉਹ ਸੀਗੀ ਮੇਰੀ ਸਰਜਰੀ, ਜੋ ਕਿ ਮਾਰਚ 18 ਨੂੰ ਫਿਨਿਸ਼ ਹੋ ਗਈ। ਉਸ ਤੋਂ ਪਹਿਲੇ 2 ਵਾਰ ਸਰਜਰੀ ਹੋਏ ਸੀਗੇ। ਐਂਡ ਯੂ ਨੋ ਕਿ ਵਿਦ ਦ ਬਲੈਸਿੰਗਸ ਆਫ ਗੁਰੂ ਬਹੁਤ ਜਲਦੀ ਐਂਡ ਐਨਰਜੈਟਿਕ ਐਂਡ ਬਹੁਤ ਰਿਕਵਰੀ ਮੇਰੀ ਫਾਸਟ ਸੀਗੀ। ਤਾਂ ਜੋ ਲੋਕ ਸੀਗੇ ਆਸ-ਪਾਸ ਦੇ, ਜੋ ਜਾਣਨ ਪਹਿਚਾਨਣ ਵਾਲੇ ਕਿ ਇੰਨੀ ਜਲਦੀ ਤੂੰ ਇਹ ਨਾ ਕਰ, ਉਹ ਨਾ ਕਰ, ਇੱਦਾਂ ਨਾ ਕਰ, ਮਤਲਬ ਕਿ ਰੈਸਟ ਕਰ, 6 ਮਹੀਨੇ ਇਹ ਨਹੀਂ ਕਰਨਾ, ਉਹ ਨਹੀਂ ਕਰਨਾ, ਇੱਦਾਂ ਨਹੀਂ ਕਰਨਾ। ਕੁਛ ਲੋਕ ਹੈਰਾਨ ਸੀਗੇ ਕਿ ਇੰਨੀ ਜਲਦੀ ਕਿੱਦਾਂ ਰਿਕਵਰੀ ਕਰ ਰਹੀ ਹੈ, ਮਤਲਬ ਇਹਨੂੰ ਫੀਲਿੰਗ ਕਿਉਂ ਨਹੀਂ ਹੋ ਰਹੀ। ਔਰ ਮੈਂ ਇਹ ਚਾਹੁੰਦੀ ਨਹੀਂ ਸੀਗੀ ਕਿ ਮੈਂ ਫੀਲ ਕਰਾਂ ਕਿ ਮੇਰੀ ਜ਼ਿੰਦਗੀ, ਮੇਰੇ ਬੋਡੀ 'ਚ ਕੁਛ ਗਲਤ ਹੋਇਆ ਹੈ ਜਾਂ ਮੇਰੇ ਨਾਲ ਸਰਜਰੀ ਹੋਈ ਹੈ। ਤਾਂ ਮੈਂ ਨੋਰਮਲ ਫੀਲ ਕਰਨਾ ਚਾਹੁੰਦੀ ਸੀਗੀ ਆਪਣੇ ਆਪ ਨੂੰ ਸਟ੍ਰੈਸ ਨਹੀਂ ਲੈਣਾ ਚਾਹੁੰਦੀ ਸੀਗੀ ਕਿਉਂਕਿ ਉਸ ਟਾਈਮ ਵੀ ਲੋਕਡਾਊਨ ਦੀ ਵਜ੍ਹਾ ਨਾਲ ਮੇਰੀ ਫੈਮਿਲੀ ਮੈਨੂੰ ਦੇਖਣ ਨਹੀਂ ਆ ਸਕੀ। ਤਾਂ ਉਸ ਦੇ ਬਾਅਦ 'ਚ ਜਿਸ ਦਿਨ 20 ਡੇਜ਼ ਹੋਏ ਸੀਗੇ, ਆਈ ਵਾਜ਼ ਸੋ ਹੈਪੀ। ਆਈ ਕਲਿੱਕ ਦ ਫੋਟੋਗ੍ਰਾਫਸ ਐਂਡ ਆਈ ਪੋਸਟਡ ਇਨ ਦ ਫੇਸ ਪੇਜ ਐਂਡ ਐਵਰੀਵੇਅਰ ਵੇਅਰ ਆਈ ਐਮ ਐਕਚੁਅਲੀ ਐਕਟਿਵ। ਤਾਂ ਉਹਦੇ ਬਾਅਦ 'ਚ ਫੋਟੋ ਪਾਉਣ ਦੇ ਬਾਅਦ 'ਚ ਲਾਈਕ ਮੈਂ ਹੌਸਪੀਟਲ ਜਾਣਾ ਸੀਗਾ ਚੈੱਕਅਪ ਲਈ। ਤਾਂ ਇਟ ਵਾਜ਼ ਦ 20th ਡੇ ਜਦੋਂ ਮੈਂ ਗਈ ਹਾਂ ਹੌਸਪੀਟਲ। ਮੇਰੀ ਚੈੱਕਅਪ ਹੋਣ ਦੇ ਬਾਅਦ ਮੈਂ ਵਾਪਿਸ ਆਈ ਹਾਂ। ਨੈਕਸਟ ਡੇ ਮੇਰੇ ਇੰਡੋਕ੍ਰਾਈਨੋਲੋਜਿਸਟ ਨਾਲ ਅਪੁਆਇੰਟਮੈਂਟ ਸੀਗੀ, ਤਾਂ ਮੈਂ ਉਹਦੇ ਕੋਲ ਗਈ। ਐਂਡ ਉੱਥੋਂ ਵਾਪਿਸ ਆਉਣ ਦੇ ਬਾਅਦ 'ਚ ਲਾਈਕ ਆਈ ਫੀਲ ਸੋ ਬਿਮਾਰ ਕਿ ਮੈਨੂੰ ਫੀਵਰਿਸ਼ ਫੀਲਿੰਗ ਹੋਇਆ ਔਰ ਮੈਂ ਮਤਲਬ ਬੈੱਡ ਤੋਂ ਉੱਠ ਨਹੀਂ ਸਕੀ। ਮੈਨੂੰ ਬੁਖਾਰ ਚੜ੍ਹ ਗਿਆ, ਬੋਡੀ ਪੇਨ ਹੋਣ ਲੱਗ ਗਈ, ਬਹੁਤ ਹੀ ਜ਼ਿਆਦਾ ਅਨਬੇਅਰੇਬਲ ਪੇਨ, ਉਸ ਪੇਨ ਤੋਂ ਵੀ ਜ਼ਿਆਦਾ ਜੋ ਸਰਜਰੀ ਤੋਂ ਬਾਅਦ ਹੁੰਦੀ ਹੈ। ਐਂਡ ਉਸ ਟਾਈਮ ਤਾਂ ਮੈਨੂੰ ਐਕਚੁਅਲੀ ਫੀਵਰ ਵੀ ਨਹੀਂ ਹੋਇਆ। ਐਂਡ ਮੈਨੂੰ ਆਪਣੇ ਫੀਵਰ ਤੋਂ ਇੰਨਾ ਡਰ ਲੱਗਦਾ ਹੈ ਕਿ ਉਹ ਜਦੋਂ ਹੁੰਦਾ ਹੈ, ਕਿਉਂਕਿ ਜਦੋਂ ਮੈਨੂੰ ਬਲੱਡ ਕੈਂਸਰ ਸੀਗਾ ਉਸ ਟਾਈਮ ਵੀ ਬਹੁਤ ਫੀਵਰ ਹੋਏ। ਤਾਂ ਜਦੋਂ ਫੀਵਰ ਹੁੰਦਾ ਤਾਂ ਸਾਰੇ ਡਰ ਜਾਂਦੇ ਹੈ ਕਿ ਹੁਣ ਕੁਛ ਸੀਰੀਅਸ ਹੋਣ ਵਾਲਾ ਇਹਨੂੰ, ਕਿਉਂਕਿ ਮੈਨੂੰ ਉੱਦਾਂ ਫੀਵਰ ਹੁੰਦਾ ਨਹੀਂ ਹੈ। ਤਾਂ ਫੀਵਰ ਹੋਇਆ, ਮੈਂ ਕੰਮ ਵਾਲੀ ਨੂੰ ਬੁਲਾਇਆ ਐਂਡ ਮੇਰੀ ਮਦਰ ਨੂੰ ਮੈਂ ਕਿਹਾ ਕਿ ਯੂ ਗੋ ਅਵੇ ਫਰੋਮ ਮੀ ਕਿਉਂਕਿ ਕੁਛ ਗਲਤ ਹੋ ਸਕਦਾ ਹੈ, ਕਿਉਂਕਿ ਮੈਂ ਹੌਸਪੀਟਲ ਗਈ, ਉਹਦੇ ਬਾਅਦ 'ਚ ਬਿਮਾਰ ਹੋਈ। ਐਂਡ ਮੇਰੀ ਮੇਡ ਨੂੰ ਮੈਂ ਬੁਲਾਇਆ, ਮੈਂ ਕਿਹਾ ਕਿ ਮੈਨੂੰ 2 ਫੁਲਕੇ ਬਣਾ ਦੇ, ਮੈਨੂੰ ਬਹੁਤ ਭੁੱਖ ਲੱਗੀ ਹੋਈ ਹੈ। ਤਾਂ ਮੈਂ ਰੋਟੀ ਖਾ ਕੇ ਸੁੱਤੀ। ਨੈਕਸਟ ਡੇ ਹੋਰ ਜ਼ਿਆਦਾ ਫੀਵਰ ਸੀਗਾ, 103, 104 ਐਂਡ 105, ਇਹ ਕੰਟੀਨਿਊ ਹੁੰਦਾ ਰਿਹਾ। ਤਾਂ ਮੈਂ ਇਹ ਸੋਚਿਆ, ਕਿਉਂਕਿ ਮੈਂ ਗੂਗਲ ਸਟੱਡੀ ਕੀਤੀ ਤਾਂ ਸਰਜਰੀ ਤੋਂ ਬਾਅਦ 'ਚ ਜਿਨ੍ਹਾਂ ਨੂੰ ਪਹਿਲੇ ਸਰਜਰੀ ਦੇ ਡਿਊਰਿੰਗ ਐਂਡ ਆਫਟਰ ਫੀਵਰ ਨਹੀਂ ਹੁੰਦਾ ਤਾਂ ਬੋਡੀ ਉਸ ਚੀਜ਼ ਨੂੰ ਐਕਸੈਪਟ ਕਰਦੀ ਹੈ। ਤਾਂ 1 ਮੰਥ ਦੇ ਅੰਦਰ ਇਸ ਤਰ੍ਹਾਂ ਦੇ ਫੀਵਰ ਹੋ ਸਕਦੇ ਹੈ। ਤਾਂ ਮੈਂ ਉਸ ਚੀਜ਼ ਨੂੰ ਵੀ 5-7 ਦਿਨਾਂ ਤੱਕ ਬਹੁਤ ਲਾਈਟ ਲਿਆ। ਐਂਡ ਉਹਦੇ ਬਾਅਦ 'ਚ ਜਦੋਂ ਠੀਕ ਨਹੀਂ ਹੋਇਆ ਤਾਂ ਮੈਨੂੰ ਡਾਊਟ ਆਇਆ ਕਿ ਮੈਨੂੰ ਟਾਈਫਾਇਡ ਹੋ ਗਿਆ।
क्योंकि सिम्पटम्स इदां दे है, क्योंकि मैनू जो भी मैं इंडिया आनी हाँ जां मैं बाहर खानी हाँ या कुछ हुंदा है तो मैनू टाइफाइड पॉजिटिव आंदा है हमेशा ही, बहुत बार तकरीबन हर साल। तो इस बार तो 2020 कुछ बाहर ज़्यादा खादा नहीं सीगा, 2021 च एक बार बाहर गई हाँ मैं बस, एंड उसदे बाद बिल्कुल ठीक सीगी, बट आई डोंट नो हो गया। तो शायद मैं उस एरिए चों क्रॉस किया या उत्थे कुछ खा लिया या फिर आई डोंट नो किसी दे कोलों हो गया, आई डोंट नो, पर मैनू टाइफाइड सीगा, 104 and 5 फीवर सीगा, एंड आई वॉज नॉट ईवन एबल टू मूव। चक्कर आ रहे सीगे, लाइक डायरिया हो गया, ਉਹਦੇ ਬਾਅਦ 'ਚ ਉਹ ਸਾਰਾ ਕੁਛ ਹੋ ਗਿਆ ਜੋ COVID-19 ਦੇ ਸਿੰਪਟਮ ਨੇ। ਐਂਡ ਯੂ ਨੋ ਇੱਕ ਵੀਕ मैं 4-5 दिन टाइफाइड ਦੇ ਐਂਟੀਬਾਇਓਟਿਕਸ ਖਾਦੇ, ਉਹਦੇ ਬਾਅਦ 'ਚ ਮੈਨੂੰ ਲੱਗਿਆ ਕਿ मैं ठीक नहीं हाँ, मैनू एडमिट हो जाना चाहिए है, क्योंकि बहुत ज़्यादा वोमिटिंग्स हो रहे ने, मैं कुछ खा नहीं पा रही तकरीबन 7-8 दिन तो मैं हॉस्पिटल गई तो उत्थे एक 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 माहौल बनया होया इंडिया दे विच कि तुहानू कुछ भी है, बुखार है, खांसी तो मैनू नहीं सीगी, वैसे मेरे थ्रोट 8-9 महीने का इन्फेक्शन है, वो डिफरेंट टाइप का इन्फेक्शन है, वो अलग ट्रीटमेंट है, वो कोविड के नाल कुछ रिलेटिड नहीं है। तो उन्होंने कहा कि तुहानू कोविड हो सकता है, तुसी एडमिट होवो हॉस्पिटल दे विच, तो 20 लाख रुपया स्टार्टिंग दे विच जमा करवा दो, एंड उसदे बाद 20 to 50 लाख रुपए का एस्टीमेट कॉस्ट होएगा। हो सकता है तुहानू वेंटीलेटर ते लाना पवे, क्योंकि मेरी कंडीशन बहुत खराब सीगी, वोमिटिंग्स एंड मोशनस बिल्कुल रुक रहे नहीं सी, तो मैं सो अनकंफर्टेबल सी, ब्रीथिंग नहीं लै पा रही सी, बट मेरी ऑक्सीजन लेवल 97 सीगा। वो डायरिया सीगा या डिहाइड्रेशन सीगा या फिर फूड पॉइजनिंग सीगा, समथिंग लाइक दैट, वो निकल रहा सीगा अंदरों। तो ਉਹਦੇ ਬਾਅਦ 'ਚ जस्ट आई कॉल्ड माई डॉक्टर एंड आई टोल्ड हिम कि प्लीज़ एडमिट मी एनीवेयर बिकॉज आई हैव नो बडी एट होम टू टेक केयर ऑफ मी। तो मेरे डॉक्टर ने कहा कि डायरेक्टली यू गो होम, जो भी प्रॉब्लम है यू हैव अ ह्यूज होम, यू कैन टेक केयर ऑफ yourself at home, if you need we can provide you nurse and oxygen, everything at home, you go home, you don't need to admit yourself because there are very less chances कि अब हुण तैनू कुछ नहीं है, वो हॉस्पिटल दे विच एडमिट होने तो बाद की हो जाएगा, nobody knows because you don't have your family here। तो मैं वो चीज़ नूं मान लिया, मैं वापस आई, उन्होंने मैनू प्रिस्क्रिप्शन देती मेडिसिन दी, मेडिसिन लै ली, घर आके मैं गल कीती अपने बेटे दे नाल, तो मेरी वो कंडीशन मतलब मैं बोल नहीं पा रही सी, क्योंकि 8 दिन तो मैं कुछ नहीं खादा सीगा, एंड वोमिटिंग सीगे, पानी भी नहीं पी पा रही सी, जिहदी वजह नाल वाटर लेवल भी काफ़ी घट सीगा, एंड एनर्जी लेवल तो टोटली लो सीगा। तो उस चीज़ जदों मेरे बेटे ने मेरी कंडीशन देखी तो ही स्टार्टेड क्राइंग कि मम्मी तो हुण नहीं बचेगी, इनू तो जरूर कुछ सीरीयस हो गया। एंड मेरी एंड मेरे हसबैंड की एक्चुअली असीं गल नहीं कर रहे सी एक टॉपिक की वजह नाल कि मैं इंडिया च क्यों हाँ, क्यों वो नहीं आ सकते, और एमरजेंसी कुछ होए तो एक दूजे नूं असीं मरदे हुए भी नहीं देख सकते। तो उन्होंने मेरे बेटे ने मेरे हसबैंड नूं कन्विंस किया, एमरजेंसी विजिट करो इंडिया, मम्मी इज़ नॉट वेल, वी वांट आवर मदर, वी डोंट नीड मनी एंड दिस ऑल। तो मेरे हसबैंड ने एमरजेंसी टिकट लिया, ये सारा कुछ मैनू नहीं दसिया उन्होंने। तो फिर लाइक मैं अपनी डॉटर नाल गल की, तो मैनू इदा फील हो चुकिया सीगा अंदरों कि मैं हुण नहीं बचांगी, क्योंकि कोविड भी हो सकता है और कुछ भी एमरजेंसी एनी टाइम हैपन हो सकती है, जो कि मेरे एनर्जी नहीं है फाइट करन दी। तो मैं अपने बेटे नूं कहा कि 20 to 50 लाख रुपीज़ डिपॉजिट करने पैणगे। तो उन्होंने कहा कि तेरे तो वध के सानू पैसे नहीं है, साडे कोल जो भी है ना तेनों बचाने लिए असीं सारा कुछ लगा देंगे, तू अपने आप नूं एक बार हॉस्पिटल जाके एडमिट कर। पर जदों मैनू पता चलिया ऑक्सीजन नहीं है, 20 to 50 लाख मंग रहे ने, तो मैनू अंदरों फीलिंग होया इट्स नॉट वर्थ। मेरी लाइफ इन्नी इंपॉर्टेंट नहीं है कि मैं एक बैड ऑक्यूपाई कर ला, या पता नहीं मैनू उस टाइम सिर्फ इन्ना ही फील होया कि मैं तो बचना नहीं है, एंड इन्ने ज़्यादा पैसे वर्थ नहीं है मेरे लिए। आई डिसाइडेड टू कम बैक होम, एंड वो बाद जब नैक्सट डे मेरे हसबैंड ने आना सीगा, उस दिन उन्होंने जोड़े हैल्थ मिनिस्टर से उन्होंने कहा कि इंडिया रैड अलर्ट च है, उत्थों के लोगों को असीं नहीं आन देंगे। तो मैं अपने हसबैंड नूं अपनी कसम पवाई कि मैं तो ऑलरेडी बीमार हाँ, मैनू नहीं पता मैं बचांगी कि नहीं बचांगी,
आई एक्सैप्टेड माई डैथ कि मर गए तो भी कोई गल नहीं, मेरी लाइफ मैं भुगत चुकी हाँ। आई एम नॉट वर्थ ऑफ 40-50 लैक्स खर्च करने की जरूरत नहीं। मैनू कुछ हो जाता है तो बच्चे कल्ले रह जाएंगे, यू शुड बी देयर विद द चिल्ड्रन। एंड एक कंडीशन इदां दी सीगी, इमोशनल इदां दी सीनरी सीगी, वो एक रियलिटी जो मैं अपनी लाइफ च फील की एक टाइम उदों जो मेरे फादर की डैथ हुई। मैं गेट एंटर की और उस टाइम मेरे फादर की डैथ हुई, सिर्फ 2 मिनट का डिफरेंस सीगा। एंड दूसरी रियलिटी कि बच्चों को मैं देखा रोंदे हुए कि साड़ी मदर तो नहीं बचेगी, क्योंकि मेरी कंडीशन इदां दी नहीं सी। तो वो डैडी नूं भेजण लई रो रहे सी कि अगर तेनों भी तू मम्मी को जाएगा, नैचुरली उत्थे जो बहुत स्प्रैड होया कोविड तेनों भी होएगा और तू नहीं बचेगा, या मम्मी तो बचेगी नहीं और तेनों भी कुछ हो गया तो असी कित्थे जावांगे। दैन आई स्टॉप्ड हिम, यू डोंट कम, मैं ठीक हो के मैं वापस आवांगी, तुहानूं इंडिया आने की जरूरत नहीं है, क्योंकि इंडिया च बहुत कचरा है, बहुत मतलब पता ही नहीं कि कोलों तुहानूं कोविड हो सकता है, कौन पॉजिटिव है। ईवन माई मेड वाज कोविड पॉजिटिव, मैनू नहीं पता सीगा वो चीज़, मैनू बाद च पता चली। तो जो वो सफरिंग मैं देखी है ना, माई मदर वाज नॉट देयर बिकॉज शी इज़ 72 ईयर ओल्ड, ओदी कोई रिस्क नहीं लै सकती सी। मेरा ब्रदर सीगा, दे ऑल वर सफरिंग विद फीवर एंड मैं उन्होंने मना करता, मेरे को वो आए नहीं विचारे कि साड़ी वजह नाल इहनूं होर प्रॉब्लम ना होए। मेड नूं सीगा, उन्हें काम ते आना बंद करता। आई वॉज टोटली अलोन एट होम, देर वर नो ऑक्सीजन, नो नर्सिस वर अवेलेबल फॉर होम ऑल्सो। आई वॉज टेकिंग मेडिसिन एंड आई वॉज वॉमिटिंग इट। मेरे कज़न ब्रदर डॉक्टर है, उन्होंने सडनली फोन आया कि तेरी की हालत है। मैं फ़ोन नहीं चक रही सी क्योंकि साइलेंट करके मैनू बहुत ज़्यादा नींद च सीगी या बेहोशी च सीगी, तो साइलेंट ते सीगे फ़ोन, आई वॉज नॉट पिकिंग इट अप। तो उन्होंने सोचा कि मैं मर चुकी हाँ, तो उन्होंने ब्रदर नूं भेज के घर कि पता कर कि कुड़ी जिंदा है कि नहीं। तो मैं जिंदा सीगी, तो मैं उन्होंने कहा कि मैनू डिस्टर्ब नहीं करना, मैं वट एवर इज़ एक्सैप्टेड, पर मैं अगर सुत्ती हाँ तो मैं फ़ोन पर गल नहीं कर सकती। बट उस टाइम मैं उन्होंने कहा कि मैं कुछ नहीं खा पा रही, ना मैनू कुछ दिखाई दे रहा है, क्योंकि मैं 8-10 दिन तो कुछ नहीं खादा, पानी भी अंदर नहीं रुक रहा। आई डोंट नो किद्दां मैं सर्वाइव कर रही हाँ। तो उन्होंने मैनू इन्ना आइडिया दिता कि अगर तू हॉस्पिटल नहीं जांदा, डिसाइड किया है ऑलरेडी, तो तू एटलीस्ट 2 स्पून खाना खा, कुछ भी जो तेरे को बन सकता है, अवेलेबल है, जो भी है। 2 चमचे खाना खाना ज़रूरी है। 2 चमचे खाना खाने के 10 मिनट बाद तू अपनी मेडिसिन खा, 1 घुट पानी दे नाल। मैं उदा ही किया और वो मैनू पचन लग गया। जो मेडिसिन अंदर रुकन लग गई तो मैं रिकवरी शुरू कर दी। एंड मेरी 7 दिन का एंटीबायोटिक का एंड 7 दिन का वो दूसरा 14 डेज़ का टोटल कोर्स कंप्लीट होया। एंड मैं थोड़ी जी बैटर फील किया। फिर वो बाद मैं अपना घर खुद साफ किया, क्योंकि मैं ही रह रही सी, तो पूरे जो जर्म्स वगैरह सीगे, मैं अपने पूरे बैडशीट्स खुद धोते, सारे कपड़े धोते, टॉयलेट साफ़ किए, किचन साफ़ किया, बर्तन साफ़ किए। मैं फ्लोर साफ़ नहीं कर सकी क्योंकि आई कैन नॉट बैंड दैट मच सर्जरी की वजह नाल। तो वो मैं हौली हौली करांगी, जो भी मैनू फील होएगा कि मेरे च एनर्जी आएगी कि मैं अपने पूरा घर खुद साफ़ करांगी। तो ये जी मैं चीज़ तुहाडे नाल शेयर इस करके कर रही हाँ, सिंपैथी लई नहीं। मैं जदों भी तुहाडे अगे इदां दी कोई गल करदी हाँ तो मैनूं उहदे लई कोई सिंपैथी नहीं चाहिदी हुंदी, मैं अपना एक्सपीरियंस शेयर करदी हाँ। क्योंकि कल दे दिन जदों मैं वापस जावांगी इंग्लैंड दे विच, तां मैं जदों उत्थों वापस आई सीगी तां मैनूं बहुत ज़्यादा आदत सीगी हैल्पिंग हैंड्स दी, रिलेटिव्स दी, फ्रेंड्स दी, इदां उदां। एंड एक चीज़ तो हुण हैगी है कि जिन्हां लोकां लई मैं इन्ना कुछ कीता, मैं अपने आप नूं लावारिश वांगू नहीं मरन दांगी। ये हुण मेरे बच्चों की एंड मेरे हसबैंड की चॉइस होएगी कि अगर मैनूं इदां दी कोई बीमारी हो, मेरे कोल नहीं आ सकणगे, तां दैट्स ओके, वो गवर्नमेंट जो करेगी करेगी। बट मैं इंडिया दे विच एज ए लावारिश नहीं मरांगी कि ਤੁਹਾਡੀ बॉडी देखने वाला क्लेम करने वाला कोई नहीं, ਤੁਹਾਡੀ बॉडी ਨੂੰ चीर फाड़ करके कोई भी ऑर्गन ਕੱਢ ਰਿਹਾ है। तो वो चीज़ तो मैं थोड़ा जा हुण चेंज किया अपने आप नूं। पहले मैं अपनी बॉडी डोनेट की सीगी, अपने ऑर्गनस डोनेट किए सीगे एंड अपनी बॉडी भी डॉक्टर्स नूं करन लई कीती। बट जो सिनैरियो प्रेजेंट चल रहा है ਉਹਦੇ 'ਚ नोबडी इज़ क्लीयर कि तुहानूं की बीमारी है,
ਤੁਹਾਨੂੰ ਖੰਘ ਵੀ ਆ ਰਹੀ ਹੈ ਤਾਂ ਤੁਸੀਂ ਕੋਵਿਡ ਪੋਜ਼ਿਟਿਵ ਹੋ, ਕੁਝ ਵੀ ਹੋ ਰਿਹਾ। ਔਰ ਉੱਪਰੋਂ ਲੋਕ ਜੋ ਸਤਾਉਂਦੇ ਨੇ ਨਾ ਤੁਹਾਨੂੰ ਹੈਗਾ ਜਾਂ ਨਹੀਂ ਹੈਗਾ, ਤੁਹਾਨੂੰ ਜ਼ੁਕਾਮ ਖਾਂਸੀ ਕੁਝ ਵੀ, ਨਾਰਮਲ ਵਾਇਰਲ ਫੀਵਰ ਵੀ ਹੋ ਸਕਦਾ। ਬਿਕੋਜ਼ ਮੇਰੀ ਪੇਰੈਂਟਸ ਫੈਮਿਲੀ ਨੂੰ ਦੇਵਰ ਸਫਰਿੰਗ ਵਿਦ ਵਾਇਰਲ ਫੀਵਰ, ਉਹਨਾਂ ਦਾ ਕੋਵਿਡ ਪੋਜ਼ਿਟਿਵ ਨਹੀਂ ਸੀਗਾ। ਤਾਂ ਕੁਝ ਵੀ ਹੋਏ ਤਾਂ ਦੁਨੀਆ ਜੀਣਾ ਹਰਾਮ ਕਰ ਦਿੰਦੀ ਹੈ। ਇੰਡੀਆ ਦੇ ਵਿੱਚ ਦੁਨੀਆ ਨੂੰ ਆਪਣੇ ਘਰ ਤੋਂ ਜ਼ਿਆਦਾ ਦੂਸਰੇ ਘਰਾਂ 'ਚ ਕੀ ਹੋ ਰਿਹਾ ਉਹਦੇ ਨਾਲ ਬਹੁਤ ਫਰਕ ਪੈਂਦਾ। ਇੱਕ ਬੰਦਾ ਕਿੱਦਾਂ ਸਰਵਾਈਵ ਕਰ ਰਿਹਾ ਹੈ, ਕੋਈ ਵੀ ਪ੍ਰੋਬਲਮ ਹੈ ਉਹਦੀ ਹੈਲਪ ਕਰਨ ਦੀ ਜਗ੍ਹਾ ਉਹਨੂੰ ਇੰਨਾ ਟੌਰਚਰ ਕਰਨਗੇ ਕਿ ਤੁਸੀਂ ਪੁੱਛੋ ਮਤ। ਉਹ ਚੀਜ਼ ਤੋਂ ਮੈਂ ਖੁਦ ਚੇਂਜ ਕੀਤਾ ਆਪਣੇ ਆਪ ਦਾ ਮਾਈਂਡ ਕਿ ਨੋ, ਕਿ ਇੰਡੀਆ ਵਿਲ ਬੀ ਆਵਰ ਹੌਲੀਡੇ ਹੋਮ, ਇਟ ਵਿਲ ਬੀ। ਐਂਡ ਮਾਈ ਹਸਬੈਂਡ ਹੀ ਪ੍ਰੋਮਿਸਡ ਮੀ that whatever we are importing from China, he will import from India to help Indian government, because we are born and brought up here, and we will give the ਜਿੰਨੇ ਵੀ ਹੋਣਗੇ ਸਟੂਡੈਂਟਸ 2-4 ਜਿੰਨੀ ਸਾਡੀ ਕੈਪੈਸਿਟੀ ਹੋਏਗੀ ਅਸੀਂ ਉਹਨਾਂ ਨੂੰ ਕੰਮ ਵੀ ਦਾਂਗੇ। ਐਜ਼ ਇੰਡੀਅਨ ਲੋਕਾਂ ਦੀ ਸਪੋਰਟ ਜ਼ਰੂਰ ਕਰਾਂਗੇ। ਬਟ ਵਿਸ਼ਵਾਸ ਦੀ ਜਿੱਥੇ ਗੱਲ ਆਏਗੀ ਉੱਥੇ ਹੁਣ ਮੈਂ ਖੁਦ ਵੀ ਸਟੈਪ ਬੈਕ ਕਰ ਰਹੀ ਹਾਂ ਕਿ ਵਿਸ਼ਵਾਸ ਨਹੀਂ ਹੋਏਗਾ, ਨਾ ਦੋਸਤਾਂ 'ਤੇ, ਨਾ ਰਿਸ਼ਤੇਦਾਰਾਂ 'ਤੇ, ਨਾ ਕਿਸੇ ਚੀਜ਼ 'ਤੇ। ਕਿ ਅਗਰ ਅਸੀਂ ਦੋਨੋਂ ਇਕੱਠੇ ਹਾਂ ਜਾਂ ਫੈਮਿਲੀ ਦੇ ਨਾਲ ਹਾਂ ਤਾਂ ਇੱਕ ਸਟਰੈਂਥ ਹੁੰਦੀ ਹੈ। ਪਿਛਲੀ ਵਾਰ ਮੇਰੀ ਫੈਮਿਲੀ ਨੂੰ, ਮੇਰੇ ਬੇਟੇ ਨੂੰ ਹੋਇਆ ਸੀਗਾ, ਮੇਰੀ ਡਾਟਰ ਇਨ ਲਾਅ, ਵੁੱਡ ਬੀ ਡਾਟਰ ਇਨ ਲਾਅ ਨੂੰ, ਤਾਂ ਉਹ ਜਰਮਨ ਕੁੜੀ ਹੈ, ਸਭ ਕੁਝ ਸਡਨਲੀ ਬੰਦ ਹੋ ਗਿਆ। ਉਹ ਹੱਥ ਫੜ ਕੇ ਸਾਡੇ ਘਰ ਆ ਗਈ ਮੇਰੇ ਬੇਟੇ ਦਾ, ਐਂਡ ਉਹਦੇ ਬਿਨਾਂ ਰਹਿ ਵੀ ਨਹੀਂ ਰਹੀ ਸੀ। ਉਹਦੀ ਵਜ੍ਹਾ ਨਾਲ ਮੇਰੇ ਬੇਟੇ ਨੂੰ ਹੋਇਆ, ਮੇਰੇ ਹਸਬੈਂਡ ਨੂੰ ਹੋਇਆ, ਤਿੰਨੇ ਜਣੇ ਉਸ ਟਾਈਮ, ਜਿਸ ਟਾਈਮ ਦੁਨੀਆ 'ਚ ਮੈਡੀਸਿਨ ਵੀ ਨਹੀਂ ਸੀ, ਸਿਰਫ ਆਤੰਕ ਸੀਗਾ, ਵਿਕਟਮ ਹੋਏ। ਐਂਡ ਮੈਂ ਸਿਰਫ ਦੇਖ ਕੇ ਰੋਂਦੀ ਸੀਗੀ। ਆਈ ਫੇਸਡ ਦੈਮ। ਤਾਂ ਇਸ ਸਾਲ ਉਹ ਸਾਰਾ ਕੁਝ ਮੇਰੇ ਨਾਲ ਹੋਇਆ। ਤਾਂ ਬਹੁਤ ਹੀ ਕਲੋਜ਼ ਹੈ ਉਸ ਚੀਜ਼ ਦੇ ਕਿ ਕੋਈ ਤੁਹਾਡਾ ਆਪਣਾ ਹੈ ਹੀ ਨਹੀਂ। ਤੁਹਾਡਾ ਐਗਜ਼ਿਸਟੈਂਸ ਉਦੋਂ ਹੀ ਹੈ ਜਦੋਂ ਤੁਹਾਡੀ ਬੋਡੀ 'ਚ ਜਾਨ ਹੈ, ਜੇ ਤੁਹਾਡੀ ਜੇਬ 'ਚ ਪੈਸੇ ਨੇ ਔਰ ਤੁਹਾਡੇ 'ਚ ਹਿੰਮਤ ਹੈ। ਸਭ ਤੋਂ ਪਹਿਲੇ ਤਾਂ ਹੈਲਥ ਹੈ। ਤਾਂ ਮੈਂ ਇਹ ਵੀਡੀਓ ਇਸ ਲਈ ਬਣਾਉਂਦੀ ਹਾਂ ਬਾਰ-ਬਾਰ ਕਿ ਹੈਲਥ ਇਜ਼ ਵੈਲਥ। ਜੋ ਲੋਕ 24 ਘੰਟੇ ਕੰਮ ਕਰਦੇ ਨੇ ਨਾ ਹੈਲਥ ਨੂੰ ਛੱਡ ਕੇ, ਜਦੋਂ ਆਕਸੀਜਨ ਡਰੋਪ ਹੋਈ ਦੇਖੀਏ ਮੈਂ 50 ਤੱਕ ਲੋਕਾਂ ਦੀ, 50 'ਚ ਕਿੱਦਾਂ ਕੋਈ ਸਰਵਾਈਵ ਕਰੇਗਾ? ਉਹ ਤਾਂ ਡਿੱਗ ਪਏਗਾ। 80 'ਚ ਵੀ ਸਰਵਾਈਵ ਨਹੀਂ ਕਰ ਪਾਉਂਦਾ। ਐਂਡ ਉਸ ਚੀਜ਼ ਲਈ ਮੈਂ ਇੱਕ ਹੀ ਵਾਰ ਹਰ ਇੱਕ ਨੂੰ ਕਹਿੰਦੀ ਹਾਂ, ਐਂਡ ਇਹ ਵੀਡੀਓ ਵੀ ਮੈਂ ਪੰਜਾਬੀ 'ਚ ਬਣਾਈ ਇਸੇ ਲਈ ਹੈ ਕਿ ਸਿਰਫ ਪੰਜਾਬੀ ਲੋਕ ਇਹਨੂੰ ਸਮਝ ਸਕਣ ਕਿ ਜ਼ਿੰਦਗੀ ਬਹੁਤ ਕੀਮਤੀ ਹੈ। ਇਹਨੂੰ ਇੰਨਾ ਪਿਆਰ ਕਰੋ, ਬੇਸ਼ੁਮਾਰ ਬੇਹਿਸਾਬ ਪਿਆਰ ਕਰੋ, ਕਿਉਂਕਿ ਪਿਆਰ ਦੀ ਹੱਦ ਹੀ ਨਹੀਂ ਹੁੰਦੀ, ਬੇਹੱਦ ਹੁੰਦਾ ਉਹ। ਔਰ ਆਪਣੇ ਆਪ ਨੂੰ, ਆਪਣੀ ਹੈਲਥ ਨੂੰ ਕਰੋ। ਜਦੋਂ ਤੁਸੀਂ ਖੁਦ ਐਕਟਿਵ ਹੋ, ਜ਼ਿੰਦਾ ਹੋ, ਤੰਦਰੁਸਤ ਹੋ, ਇੱਕ ਤਾਂ ਤੁਹਾਡੇ ਲੱਖਾਂ ਰੁਪਏ ਬਿਮਾਰੀ ਤੋਂ ਬਚਣਗੇ, ਦੂਜਾ ਤੁਸੀਂ ਕਿਸੇ ਦੀ ਕੰਮ ਵੀ ਆ ਸਕੋਗੇ। ਜਿੱਦਾਂ ਹੁਣ ਲੋਕੀ ਇੰਨੇ ਨੀਡ 'ਚ ਨੇ, ਕਿੰਨੇ ਫਾਲਸ ਕਾਲ ਆਉਣ ਲੱਗ ਗਏ ਹੈ, ਲੋਕਾਂ ਕੋਲ ਰੋਟੀ ਨਹੀਂ ਹੈ, ਬਹੁਤ ਜ਼ਿਆਦਾ NGOs ਖੜੇ ਹੋ ਗਏ ਹੈ ਸਡਨਲੀ। ਤਾਂ ਇਟ ਆਲ ਅਬਾਊਟ ਮੇਕਿੰਗ ਮਨੀ ਐਂਡ ਆਈ ਡੋਂਟ ਨੋ, ਹੈਲਪਿੰਗ ਅਦਰ, ਆਈ ਡੋਂਟ ਨੋ, ਆਈ ਡੋਂਟ ਵਾਂਟ ਟੂ ਸੇ ਐਨੀਥਿੰਗ। ਬਟ ਤੁਸੀਂ ਜਿੰਦਾ ਹੋ, ਤੁਸੀਂ ਸਭ ਕੁਝ ਕਰ ਸਕਦੇ ਹੋ, ਕਿਉਂਕਿ ਪ੍ਰਮਾਤਮਾ ਸਾਡੇ ਅੰਦਰ ਹੈ, ਸਾਡੇ ਸਟਰੈਂਥ ਹੈ। ਔਰ ਉਹ ਸਟਰੈਂਥ ਨੂੰ ਅਸੀਂ ਬਿਮਾਰੀਆਂ 'ਚ, ਆਈ ਲੋਸਟ ਮਾਈ ਹੈਲਥ ਬਿਕੋਜ਼ of overstressed, stupidity. I was not able to understand the situation and people and the surrounding. ਤਾਂ ਉਹ ਚੀਜ਼ਾਂ ਮੇਰੀ ਲਾਈਫ 'ਚ ਹੁਣ ਮੈਨੂੰ ਬਹੁਤ ਅਫੈਕਟ ਕਰ ਰਹੀਆਂ। I will try to get back by my health. I don't know how I will get back. I will try that. But ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ, ਜ਼ਿੰਦਾ ਰਹੋਗੇ ਤਾਂ ਬਹੁਤ ਕੁਝ ਕਰੋਗੇ। ਆਪਣੇ ਆਪ ਨੂੰ ਜ਼ਿੰਦਾ ਰੱਖੋ। ਵੈਸੇ ਤਾਂ ਜੋ ਲੋਕ ਵੀ ਮੈਨੂੰ ਦੇਖਦੇ ਨੇ, ਦੇ ਆਰ ਬਲੈਸਡ ਪੀਪਲ, ਦੇ ਆਰ ਹੈਲਦੀ। ਐਂਡ ਜੋ ਥੋੜ੍ਹੇ ਬਹੁਤੇ ਵੀ ਸੁਸਤ ਨੇ, ਲੇਜ਼ੀ ਨੇ ਮੇਰੇ ਵਾਂਗੂ, ਉਹ ਆਪਣੇ ਆਪ ਨੂੰ ਜ਼ਿੰਦਾ ਰੱਖਣ ਦੀ ਕੋਸ਼ਿਸ਼ ਕਰੋ, ਕਿਉਂਕਿ ਇਹ ਜਾਨ ਹੈ ਨਾ ਸਰੀਰ 'ਚ, ਤਾਂ ਅਸੀਂ ਪੂਰੀ ਦੁਨੀਆ ਦੇ ਅੱਗੇ ਖੜੇ ਹੋ ਸਕਦੇ ਹਾਂ। ਸਾਡੇ 'ਚ ਜਾਨ ਨਹੀਂ ਆ, ਅਸੀਂ ਮਰੇ ਹੋਏ ਬੈੱਡ 'ਤੇ ਪਏ ਹਾਂ, ਤਾਂ ਕੀ ਕੋਈ ਸਾਡੇ ਕੋਲੋਂ ਡਰੇਗਾ? ਤਾਂ ਉਹ ਚੀਜ਼ ਮੈਂ ਨੋਟਿਸ ਕੀਤੀ ਹੈ ਕਿ ਜਿੰਨੀ ਸਟਰੈਂਥ ਪਰਮਾਤਮਾ ਨੇ ਦਿੱਤੀ ਹੈ, ਮੈਂ ਉਹਨੂੰ ਯੂਟੀਲਾਈਜ਼ ਸ਼ਾਇਦ 4 ਟਾਈਮ ਕਰ ਲਿਆ ਹੈ, ਜਾਂ ਖ਼ਤਮ ਹੋ ਗਈ ਹੈ, ਜਾਂ ਫਿਰ ਮੈਨੂੰ ਦੁਬਾਰਾ ਉਹ ਕ੍ਰੀਏਟ ਕਰਨੀ ਪਏਗੀ ਆਪਣੇ ਅੰਦਰ। ਕਿਉਂਕਿ ਹਿੰਮਤ ਦੀ ਤਾਂ ਕੋਈ ਕਮੀ ਨਹੀਂ। ਅਦਰਵਾਈਜ਼ ਜੋ ਸਿਚੁਏਸ਼ਨ 'ਚੋਂ ਮੈਂ ਨਿਕਲ ਕੇ ਆਈ ਹਾਂ, ਜੋ ਮੈਂ ਦੇਖਿਆ ਹੈ ਇਕੱਲੇ,
आई डोंट बिलीव इन एनी रिलेशनशिप, आई डोंट बिलीव इन एनीथिंग नाउ। पोजीशंस ਤਾਂ मैं पहले ही नहीं ਸੀਗੀ, बट एक चीज़ हो रहा है, हाले कुछ करना बाकी है। ਉਹੀ ਕਰਨ ਲਈ ਪਰਮਾਤਮਾ ਮੈਨੂੰ ਬਾਰ-ਬਾਰ ਬਚਾ ਦਿੰਦਾ ਹੈ। ਧਕੇਲ ਕੇ ਉੱਥੇ ਜਾਂਦੀ ਹਾਂ, ਉਹ ਕਹਿੰਦਾ ਨਹੀਂ ਯਾਰ ਤੇਰਾ ਟਾਈਮ ਨਹੀਂ ਹੋਇਆ, ਤੂੰ ਵਾਪਸ ਜਾ। ਤਾਂ ਇਹ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਸੀ। ਤਾਂ ਆਪਣਾ ਖਿਆਲ ਰੱਖੋ। ਆਪਣੇ ਖਿਆਲ ਰੱਖਣ ਦੇ ਬਾਅਦ ਅਗਰ ਤੁਸੀਂ ਠੀਕ ਠਾਕ ਹੋ, ਆਪਣੇ ਲੋਕਾਂ ਦਾ ਖਿਆਲ ਰੱਖੋ। ਆਪਣੇ ਲੋਕਾਂ ਦੇ ਖਿਆਲ ਰੱਖਣ ਦੇ ਬਾਅਦ ਸਾਰੇ ਜਣੇ ਮਿਲ ਕੇ ਆਪਣੀ ਸੁਸਾਇਟੀ ਦਾ, ਆਪਣੇ ਪਿੰਡ ਦਾ, ਆਪਣੇ ਸਟੇਟ ਦਾ, ਆਪਣੇ ਦੇਸ਼ ਦਾ ਖਿਆਲ ਰੱਖੋ। ਸਭ ਕੁਛ ਆਪਣੇ 'ਚ ਹੀ ਹੈ। ਤਾਂ ਦੇਖਦੇ ਰਹੋ ਅਜੀਤ ਕੌਰ TV YouTube। ਥੈਂਕ ਯੂ ਸੋ ਵੈਰੀ ਮਚ। ਹੈਵ ਅ ਗੁੱਡ ਡੇ।